ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਗਤ ਦਾ ਭਲਾ ਕਰਦੇ ਕਰਦੇ ਅੱਗੇ ਚੱਲਦੇ ਜਾ ਰਹੇ ਨੇ। ਚਲਦਿਆਂ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਤੂੰ ਸਾਡੇ ਨਾਲ ਚਿੰਤਾ ਨਾ ਕਰਿਆ ਕਰ, ਤੂੰ ਖੁਸ਼ ਰਿਹਾ ਕਰ। ਗੁਰੂ ਸਾਹਿਬ ਭਾਈ ਮਰਦਾਨਾ ਜੀ ਨਾਲ ਹਾਸ ਵਿਲਾਸ ਕਰਦੇ ਹੋਏ ਅੱਗੇ ਚੱਲਦੇ ਜਾ ਰਹੇ ਨੇ। ਚਲਦਿਆਂ ਗੁਰੂ ਸਾਹਿਬ ਨੂੰ ਕਈ ਦਿਨ ਬੀਤ ਗਏ। ਨਾ ਕੋਈ ਪਿੰਡ ਆਇਆ ਤੇ ਨਾ ਹੀ ਕੋਈ ਨਗਰ ਆਇਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਉਜਾੜ ਹੀ ਉਜਾੜ ਹੈ, ਕਿਤੇ ਕੋਈ ਦਿਖਦਾ ਨਹੀਂ। ਅੱਗੇ ਕੋਈ ਪਿੰਡ ਆਏਗਾ ਕਿ ਨਹੀਂ? ਕਿੰਨੇ ਦਿਨ ਹੋ ਗਏ ਨੇ ਚਲਦੇ ਨਾ ਹੀ ਕੋਈ ਪਿੰਡ ਆ ਰਿਹਾ ਹੈ ਤੇ ਨਾ ਹੀ ਕੋਈ ਨਗਰ ਆ ਰਿਹਾ ਹੈ। ਮਹਾਰਾਜ, ਜਿਸ ਕੰਮ ਵਾਸਤੇ ਜਾ ਰਹੇ ਹੋ ਕੋਈ ਪ੍ਰਯੋਜਨ ਹੀ ਦੱਸ ਦਿਓ। ਗੁਰੂ ਸਾਹਿਬ ਖੁਸ਼ ਹੋ ਗਏ। ਉਹਨਾਂ ਨੇ ਪਿੱਛੇ ਮਰਦਾਨੇ ਵੱਲ ਦੇਖਿਆ ਤੇ ਗੁਰੂ ਸਾਹਿਬ ਕਹਿਣ ਲੱਗੇ, ਕਿਉਂ ਮਰਦਾਨਿਆ, ਤੈਨੂੰ ਨਗਰ ਪੁੱਛਣ ਨੂੰ ਬੜਾ ਪਿਆਰ ਆਉਂਦਾ, ਤੈਨੂੰ ਕਿਤੇ ਫੇਰ ਭੁੱਖ ਤਾਂ ਨਹੀਂ ਲੱਗ ਗਈ? ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਗੱਲ ਤੇ ਤੁਹਾਡੀ ਸੱਚੀ ਹੈ, ਭੁੱਖ ਤਾਂ ਮੈਨੂੰ ਲੱਗ ਗਈ ਹੈ। ਮਹਾਰਾਜ, ਇਸ ਉਜਾੜ ਵਿੱਚ ਮੈਨੂੰ ਕਿਸ ਨੇ ਭੋਜਨ ਛਕਾਣਾ ਹੈ? ਮੈਂ ਕਿਸੇ ਨੂੰ ਕਹਾਂ ਕਿ ਮੈਨੂੰ ਭੋਜਨ ਛਕਾ ਦੇ ਤੇ ਉਹ ਕਹੇ ਛਕ ਲੈ। ਤੁਹਾਡੇ ਨਾਲ ਚਲਦਿਆਂ ਕਿਸੇ ਦਿਨ ਮੇਰੇ ਪ੍ਰਾਣ ਭੁੱਖ ਨਾਲ ਹੀ ਨਿਕਲ ਜਾਣਗੇ। ਮੈਨੂੰ ਤਾਂ ਭੁੱਖ ਬੜੀ ਲੱਗਦੀ ਹੈ, ਪਰ ਤੁਹਾਨੂੰ ਭੁੱਖ ਲੱਗਦੀ ਨਹੀਂ। ਕਿਤੇ ਪ੍ਰਸ਼ਾਦਾ ਮਿਲਦਾ ਖਾਣ ਨੂੰ। ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੁਸਕਰਾਉਣ ਲੱਗ ਪਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੇ ਮੁਸਕਰਾਉਂਦੇ ਥੋੜੇ ਦੰਦਾਂ ਦੇ ਦਰਸ਼ਨ ਵੀ ਹੋ ਜਾਂਦੇ ਨੇ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆ, ਜੇ ਤੇਰੀ ਭੁੱਖ ਨਾਲ ਬਹੁਤ ਹੋ ਜੇ ਤਾਂ ਅਸੀਂ ਇਸ ਗੱਲ ਦੇ ਗਵਾਹ, ਤੈਨੂੰ ਮੁੜ ਜਿੰਦਾ ਕਰ ਦਿਆਂਗੇ। ਅਸੀਂ ਤੈਨੂੰ ਮਰਨ ਨਹੀਂ ਦਿੰਦੇ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆ, ਤੈਨੂੰ ਭੁੱਖ ਕਰਕੇ ਮਰਨ ਨਹੀਂ ਦਿੰਦੇ, ਬਾਕੀ ਮਰਨਾ ਤਾਂ ਸੱਚ ਹੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਜਿਵੇਂ ਕੱਚਾ ਘੜਾ ਹੈ, ਉਸਨੇ ਟੁੱਟਣਾ ਹੀ ਟੁੱਟਣਾ ਹੈ, ਇਵੇਂ ਸਾਡਾ ਸਰੀਰ ਵੀ ਕੱਚੇ ਘੜੇ ਵਾਂਗ ਹੈ, ਇਸਨੇ ਟੁੱਟਣਾ ਹੀ ਟੁੱਟਣਾ ਹੈ। ਮਰਦਾਨਿਆ, ਤੈਨੂੰ ਜੋ ਵੀ ਜਗਤ ਵਿੱਚ ਦਿਖ ਰਿਹਾ ਹੈ, ਇਹ ਸਾਰੀ ਮੌਤ ਦੀ ਖੁਰਾਕ ਹੈ, ਕਾਲ ਦੀ ਖੁਰਾਕ ਹੈ। ਇਹ ਸਭ ਕੁਝ ਖਤਮ ਹੋਣਾ ਹੀ ਹੋਣਾ ਹੈ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆ, ਥੋੜਾ ਅੱਗੇ ਨਗਰ ਹੈ, ਤੈਨੂੰ ਉੱਥੋਂ ਪ੍ਰਸ਼ਾਦਾ ਛਕਾ ਦਿੰਨੇ ਆ। ਨਗਰ ਤੋਂ ਅਸੀਂ ਦੂਰ ਨਹੀਂ, ਅਸੀਂ ਨੇੜੇ ਪਹੁੰਚ ਗਏ ਹਾਂ। ਅੱਗੇ ਸੋਹਣਾ ਨਗਰ ਆ ਗਿਆ। ਉਹ ਨਗਰ ਇੰਨਾ ਸੋਹਣਾ ਸੀ, ਜੇ ਇੰਦਰਪੁਰੀ ਵੀ ਦੇਖ ਲੇ ਤਾਂ ਉਹ ਆਪਣੀਆਂ ਅੱਖਾਂ ਨੀਵੀਆਂ ਕਰ ਲੇ। ਉਹ ਸਾਰਾ ਨਗਰ ਜਗਮਗ ਕਰ ਰਿਹਾ ਸੀ। ਐਦਾਂ ਲੱਗ ਰਿਹਾ ਸੀ ਜਿਵੇਂ ਸੂਰਜ ਚੜ੍ਹਿਆ ਹੋਵੇ, ਕਿਉਂਕਿ ਉਹ ਨਗਰ ਸੋਨੇ ਦਾ ਸੀ। ਉੱਥੇ ਸਾਰੇ ਅਮੀਰ ਲੋਕ ਰਹਿੰਦੇ ਸਨ ਤੇ ਉਹਨਾਂ ਕੋਲ ਬੜਾ ਸੋਨਾ ਸੀ। ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਗਰ ਦੇ ਕੋਲ ਪਹੁੰਚ ਗਏ ਤਾਂ ਉਹ ਨਗਰ ਦੇ ਬਾਹਰ ਬੈਠ ਗਏ। ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆ, ਜਾ ਕੇ ਨਗਰ ਦੇਖ ਲੈ। ਤੂੰ ਬੜੀ ਵਾਰੀ ਪੁੱਛਿਆ, ਨਗਰ ਨਹੀਂ ਆ ਰਿਹਾ। ਹੁਣ ਨਗਰ ਆ ਗਿਆ, ਜਾ ਕੇ ਨਗਰ ਦੇਖ ਲੈ ਤੇ ਪ੍ਰਸ਼ਾਦਾ ਵੀ ਛਕ ਲਈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ, ਕੋਈ ਦਮੜਾ ਦਿਓ ਤਾਂ ਕਿ ਪ੍ਰਸ਼ਾਦਾ ਛਕਾਂ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਕਿਹਾ, ਜਾ, ਸਾਰਾ ਨਗਰ ਹੀ ਤੈਨੂੰ ਦਿੱਤਾ, ਜਾ ਜਿੱਥੋਂ ਮਰਜੀ ਜੋ ਮਰਜੀ ਖਾ ਲੈ। ਗੁਰੂ ਸਾਹਿਬ ਕਹਿਣ ਲੱਗੇ, ਸਾਰੇ ਨਗਰ ਵਿੱਚੋਂ ਜਿਹੜੀ ਚੀਜ਼ ਤੈਨੂੰ ਸਭ ਤੋਂ ਚੰਗੀ ਲੱਗਦੀ ਹੈ ਉਹ ਤੂੰ ਖਾ ਲਈ, ਉਹ ਤੇਰੀ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਤੁਸੀਂ ਮੈਨੂੰ ਪਕੜਵਾਓਗੇ ਨਗਰ ਵਿੱਚ ਤੇ ਮੈਨੂੰ ਕੁੱਟ ਵੀ ਪਵਾ ਦਿਓਗੇ। ਉਹ ਮੈਨੂੰ ਚੋਰ ਸਮਝ ਕੇ ਬੰਨ੍ਹ ਲੈਣਗੇ ਤੇ ਕੈਦ ਕਰ ਲੈਣਗੇ। ਫੇਰ ਕਹੋਗੇ, ਖਾ ਲਿਆ ਮਰਦਾਨੇ ਭੋਜਨ। ਗੁਰੂ ਸਾਹਿਬ ਕਹਿਣ ਲੱਗੇ, ਜੇ ਤੈਨੂੰ ਨਗਰ ਵਿੱਚ ਕੋਈ ਫੜ ਲੇ ਤਾਂ ਸਾਡਾ ਨਾਮ ਲੈ ਦੀ, ਉਹ ਤੈਨੂੰ ਛੱਡ ਦੇਗਾ। ਤੂੰ ਆਪਣੇ ਮਨ ਭਾਉਂਦਾ ਖਾਈ, ਤੈਨੂੰ ਕੋਈ ਕੁਝ ਨਹੀਂ ਕਹੇਗਾ। ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ। ਉਹ ਉਸੇ ਵੇਲੇ ਉਸ ਨਗਰ ਵੱਲ ਚੱਲ ਪਏ। ਤੁਰਦਿਆਂ ਭਾਈ ਮਰਦਾਨਾ ਜੀ ਚੌਂਕ ਵਿੱਚ ਪਹੁੰਚ ਗਏ। ਉੱਥੇ ਚੌਂਕ ਦੇ ਵਿੱਚ ਬੜਾ ਵੱਡਾ ਬਾਜ਼ਾਰ ਲੱਗਾ ਹੋਇਆ ਸੀ। ਉੱਥੇ ਸਾਰੀਆਂ ਦੁਕਾਨਾਂ ਸੋਨੇ ਦੀਆਂ ਸਨ ਤੇ ਕੰਧਾਂ ਤੇ ਵੀ ਸੋਨਾ ਲੱਗਾ ਹੋਇਆ ਸੀ ਤੇ ਕੰਧਾਂ ਤੇ ਨਗ ਲੱਗੇ ਹੋਏ ਸਨ। ਉੱਥੇ ਸਾਰੀਆਂ ਦੁਕਾਨਾਂ ਮਿਠਾਈਆਂ ਦੀਆਂ ਸਨ। ਕੜਾਹ ਪ੍ਰਸ਼ਾਦ ਬਣਿਆ ਹੋਇਆ ਸੀ, ਪੂੜੀਆਂ ਵੀ ਸੀ, ਹਲਵਾ ਵੀ ਸੀ ਤੇ ਮਾਲਪੂੜੇ ਵੀ ਬਣੇ ਹੋਏ ਸਨ। ਬਾਜ਼ਾਰ ਵਿੱਚ ਬੜੀ ਚਹਿਲ ਪਹਿਲ ਸੀ। ਕੋਈ ਇੱਧਰ ਜਾ ਰਿਹਾ ਸੀ, ਕੋਈ ਉੱਧਰ ਜਾ ਰਿਹਾ ਸੀ। ਲੋਕਾਂ ਨੇ ਰੇਸ਼ਮੀ ਕੱਪੜੇ ਪਾਏ ਹੋਏ ਸਨ ਤੇ ਉੱਥੇ ਬੜੀ ਸ਼ਾਂਤੀ ਸੀ। ਉੱਥੇ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ। ਜਦੋਂ ਭਾਈ ਮਰਦਾਨਾ ਜੀ ਨੇ ਸਾਰਾ ਨਗਰ ਦੇਖਿਆ, ਉਹ ਬੜੇ ਖੁਸ਼ ਹੋਏ। ਭਾਈ ਮਰਦਾਨਾ ਜੀ ਇੱਕ ਮਨੁੱਖ ਨੂੰ ਮਿੱਤਰ ਬਣਾਉਣ ਵਾਸਤੇ ਉਹਦੇ ਕੋਲ ਗਏ।
ਉਹ ਉਸ ਵਿਅਕਤੀ ਨੂੰ ਪੁੱਛਣ ਲੱਗੇ, ਇੱਥੋਂ ਦੇ ਰਾਜੇ ਦਾ ਕੀ ਨਾਮ ਹੈ? ਇਸ ਨਗਰ ਦਾ ਕੀ ਨਾਮ ਹੈ? ਇੱਥੇ ਕਿਸ ਚੀਜ਼ ਦਾ ਵਪਾਰ ਹੁੰਦਾ ਹੈ? ਇੱਥੇ ਸਾਰੀਆਂ ਕੰਧਾਂ ਸੋਨੇ ਦੀਆਂ ਨੇ। ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗਿਆ, ਇਸ ਨਗਰ ਦਾ ਨਾਮ ਸਵਰਨਪੁਰ ਹੈ। ਇੱਥੋਂ ਦੇ ਰਾਜੇ ਦਾ ਨਾਮ ਕਮਲ ਨੈਣ ਹੈ। ਸਾਡੇ ਰਾਜੇ ਤੋਂ ਚੰਗਾ ਕੋਈ ਰਾਜਾ ਨਹੀਂ। ਇੱਥੇ ਕਿਸੇ ਵੀ ਚੀਜ਼ ਦੇ ਪੈਸੇ ਨਹੀਂ ਲਿੱਤੇ ਜਾਂਦੇ। ਜਿਹਨੂੰ ਜੋ ਚਾਹੀਦਾ ਹੈ ਉਹ ਲੈ ਲੈਂਦਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਜੋ ਚਾਹੀਦਾ ਹੈ ਉਹ ਉੱਦਾਂ ਹੀ ਮਿਲ ਜਾਂਦਾ ਹੈ? ਉਹ ਕਹਿਣ ਲੱਗਿਆ, ਹਾਂ ਉੱਦਾਂ ਹੀ ਮਿਲ ਜਾਂਦਾ ਹੈ। ਉਹ ਕਹਿਣ ਲੱਗਿਆ, ਇਹ ਜਿੰਨੇ ਵੀ ਪਦਾਰਥ ਬਾਜ਼ਾਰਾਂ ਵਿੱਚ ਪਏ ਨੇ, ਇਹ ਧਰਮ ਹੇਤ ਹੀ ਇੱਕ ਦੂਜੇ ਨੂੰ ਛਕਾਉਂਦੇ ਨੇ। ਇਹ ਪਦਾਰਥ ਸਾਰਿਆਂ ਨੇ ਬਣਾ ਕੇ ਰੱਖੇ ਨੇ, ਪਰ ਇਹਨਾਂ ਦਾ ਮੁੱਲ ਕੋਈ ਨਹੀਂ ਲਏਗਾ। ਚਾਹੇ ਕੋਈ ਇਸ ਦੇਸ਼ ਦਾ ਹੋਵੇ, ਚਾਹੇ ਕੋਈ ਵਿਦੇਸ਼ੀ ਹੋਵੇ, ਉਸ ਨੂੰ ਪੈਸਾ ਨਹੀਂ ਦੇਣਾ ਪਏਗਾ। ਉਹ ਇਹ ਸਾਰੇ ਪਦਾਰਥ ਇੱਦਾਂ ਹੀ ਲੈ ਸਕਦਾ ਹੈ। ਭਾਈ ਮਰਦਾਨਾ ਜੀ ਉਹਨੂੰ ਕਹਿਣ ਲੱਗੇ, ਮੈਂ ਪਰਦੇਸੀ ਹਾਂ, ਤੇਰਾ ਨਾਮ ਕੀ ਹੈ? ਉਹ ਕਹਿਣ ਲੱਗਾ, ਮੇਰਾ ਨਾਮ ਧਰਮ ਸਿੰਘ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮੈਨੂੰ ਭੁੱਖ ਲੱਗੀ ਹੈ। ਭਾਈ ਧਰਮ ਸਿੰਘ ਕਹਿਣ ਲੱਗਾ, ਇੱਥੋਂ ਕਿਸੇ ਵੀ ਦੁਕਾਨ ਤੋਂ ਜੋ ਮਰਜ਼ੀ ਛਕ ਲੈ, ਇੱਥੇ ਕੋਈ ਕੁਝ ਨਹੀਂ ਕਹਿੰਦਾ। ਸਾਡੇ ਦੇਸ਼ ਵਿੱਚ ਨਾ ਨਹੀਂ ਹੁੰਦੀ। ਇੱਥੇ ਜੋ ਵੀ ਹੈ ਉਹ ਸਭ ਕੁਝ ਮੁਫਤ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਪਿਆਰਿਆ, ਤੂੰ ਜੋ ਮੈਨੂੰ ਲਿਆ ਕੇ ਦੇ ਸਕਦਾ ਹੈ ਉਹ ਮੈਨੂੰ ਲਿਆ ਦੇ। ਮੈਂ ਆਪ ਕੁਝ ਨਹੀਂ ਲੈਣਾ, ਮੈਂ ਖਾ ਲਵਾਂਗਾ। ਮੇਰੇ ਲਈ ਇਹ ਥਾਂ ਨਵੀਂ ਹੈ। ਇੱਥੇ ਮੈਨੂੰ ਕੋਈ ਨਹੀਂ ਪਛਾਣਦਾ ਤੇ ਮੈਨੂੰ ਮੰਗਦਿਆਂ ਸ਼ਰਮ ਆਉਂਦੀ ਹੈ। ਭਾਈ ਧਰਮ ਸਿੰਘ ਕਹਿਣ ਲੱਗਾ, ਚੱਲ ਮੈਂ ਤੈਨੂੰ ਪ੍ਰਸ਼ਾਦਾ ਛਕਾ ਦੇਣਾ। ਜੇ ਤੇਰੇ ਨਾਲ ਕੋਈ ਸਾਥੀ ਹੈ ਤਾਂ ਪ੍ਰਸ਼ਾਦਾ ਉਹਦੇ ਵਾਸਤੇ ਵੀ ਲੈ ਜਾਈਂ। ਭਾਈ ਮਰਦਾਨਾ ਜੀ ਉਹਨੂੰ ਕਹਿਣ ਲੱਗੇ, ਮੇਰੇ 2 ਸਾਥੀ ਹੈ, ਪਰ ਉਹ ਕੁਝ ਨਹੀਂ ਛਕਦੇ। ਬਸ ਛਕਦਾ ਮੈਂ ਹੀ ਹਾਂ। ਪਹਿਲਾਂ ਤੂੰ ਮੈਨੂੰ ਛਕਾ, ਮੈਨੂੰ ਭੁੱਖ ਲੱਗੀ ਹੈ। ਭਾਈ ਧਰਮ ਸਿੰਘ ਤੇ ਭਾਈ ਮਰਦਾਨਾ ਜੀ ਚੱਲ ਪਏ। ਭਾਈ ਧਰਮ ਸਿੰਘ ਜੀ ਨੇ ਇੱਕ ਦੁਕਾਨ ਤੋਂ 2.5 ਸੇਰ ਭੋਜਨ ਭਾਈ ਮਰਦਾਨਾ ਜੀ ਵਾਸਤੇ ਲਿੱਤਾ। ਭਾਈ ਮਰਦਾਨਾ ਜੀ ਨੇ ਬੈਠ ਕੇ ਕੜਾਹ ਪ੍ਰਸ਼ਾਦ ਤੇ ਪੂੜੀਆਂ ਛਕੀਆਂ। ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਲੱਗੇ। ਕਹਿਣ ਲੱਗੇ, ਕਿਤੇ ਦੈਂਤ ਨੇ, ਕਿਤੇ ਰਾਖਸ਼ਸ ਨੇ, ਪਰ ਇੱਥੇ ਤਾਂ ਦੇਵਤੇ ਹੀ ਦੇਵਤੇ ਨੇ। ਮਹਾਰਾਜ, ਇਹ ਕਿੰਨਾ ਸੋਹਣਾ ਨਗਰ ਹੈ ਜਿੱਥੇ ਤੁਸੀਂ ਮੈਨੂੰ ਲੈ ਕੇ ਆਏ ਹੋ। ਭਾਈ ਮਰਦਾਨਾ ਜੀ ਨੇ ਰੱਜ ਕੇ ਭੋਜਨ ਛਕਿਆ ਤੇ ਫਿਰ ਉਸ ਤੋਂ ਬਾਅਦ ਜਲ ਛਕਿਆ। ਭਾਈ ਮਰਦਾਨਾ ਜੀ ਨੇ ਉੱਥੇ ਕਈ ਤਰ੍ਹਾਂ ਦੇ ਘਰ ਦੇਖੇ, ਸਾਰਾ ਨਗਰ ਦੇਖਿਆ। ਭਾਈ ਮਰਦਾਨਾ ਜੀ 4 ਘੜੀਆਂ ਨਗਰ ਦੇਖਦੇ ਰਹੇ। ਨਗਰ ਦੇਖ ਕੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ। ਫਿਰ ਉਹ ਗੁਰੂ ਸਾਹਿਬ ਵੱਲ ਚੱਲ ਪਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੂਰ ਤੋਂ ਹੀ ਦੇਖ ਲਿਆ। ਉਹਨਾਂ ਨੇ ਦੂਰ ਤੋਂ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਮਰਦਾਨਿਆਂ, ਕਿਹੋ ਜਿਹਾ ਨਗਰ ਲੱਗਿਆ। ਜਦੋਂ ਗੁਰੂ ਸਾਹਿਬ ਭਾਈ ਮਰਦਾਨਾ ਜੀ ਤੋਂ ਪੁੱਛ ਰਹੇ ਸਨ ਤਾਂ ਭਾਈ ਮਰਦਾਨਾ ਜੀ ਦਾ ਚਿਹਰਾ ਖਿੜਿਆ ਹੋਇਆ ਸੀ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆਂ, ਬੜਾ ਖੁਸ਼ ਨਜ਼ਰ ਆਉਂਦਾ, ਲੱਗਦਾ ਰੱਜਿਆ ਹੋਇਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਇਹ ਬੜਾ ਸੋਹਣਾ ਨਗਰ ਸੀ, ਇਹੋ ਜਿਹਾ ਨਗਰ ਪਹਿਲਾਂ ਨਹੀਂ ਦੇਖਿਆ। ਮਹਾਰਾਜ, ਇਹ ਸਾਰਾ ਨਗਰ ਸੋਨੇ ਦਾ ਹੈ ਤੇ ਉੱਥੇ ਬਣੇ ਬਣਾਏ ਭੋਜਨ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ। ਮਹਾਰਾਜ ਸੁਣੋ, ਮੈਂ ਕੀ ਛਕ ਕੇ ਆਇਆ। ਜਲੇਬੀਆਂ, ਕੜਾਹ ਪੂਰੀ, ਸਾਰਾ ਕੁਝ ਬਣਾ ਕੇ ਚੰਗੀ ਤਰ੍ਹਾਂ ਸਜਾ ਕੇ ਰੱਖਿਆ ਹੈ। ਮੈਂ ਰੱਜ ਕੇ ਆਇਆ। ਉੱਥੇ ਰਸਗੁੱਲੇ, ਬੂੰਦੀ, ਲੱਡੂ ਸਭ ਕੁਝ ਹੈ। ਉਹ ਬਿਨਾਂ ਮੁੱਲ ਤੋਂ ਸਭ ਕੁਝ ਦੇ ਦਿੰਦੇ ਹੈ। ਜਿਹਨੂੰ ਜੋ ਵੀ ਚਾਹੀਦਾ ਹੈ ਉਹ ਉੱਥੋਂ ਲੈ ਸਕਦਾ ਹੈ। ਮੈਂ ਇਹੋ ਜਿਹਾ ਨਗਰ ਕਦੇ ਨਹੀਂ ਦੇਖਿਆ। ਮਹਾਰਾਜ, ਮੈਨੂੰ ਉੱਥੇ ਇੱਕ ਮਨੁੱਖ ਮਿਲਿਆ ਜਿਹਦਾ ਸੁਭਾਅ ਬੜਾ ਚੰਗਾ ਸੀ। ਉਸਨੇ ਮੈਨੂੰ ਇਹ ਭੋਜਨ ਛਕਾਇਆ। ਉਸਨੇ ਕਿਹਾ, ਜਿਹੜੇ ਤੇਰੇ ਸਾਥੀ ਨੇ ਉਹਨਾਂ ਵਾਸਤੇ ਬਿਨਾਂ ਸੰਗ ਕੀਤੇ ਇਹ ਆਹਾਰ ਲੈ ਜਾ। ਮੈਂ ਉਸਨੂੰ ਦੱਸਿਆ, ਮੇਰੇ ਜਿਹੜੇ ਸਾਥੀ ਹੈ ਉਹ ਸੰਤੋਖੀ ਹੈ, ਉਹ ਕੁਝ ਨਹੀਂ ਛਕਦੇ। ਮੈਂ ਭੋਜਨ ਛਕ ਕੇ ਸਾਰਾ ਨਗਰ ਦੇਖਿਆ। ਗੁਰੂ ਸਾਹਿਬ ਇਹ ਸੁਣ ਕੇ ਬੜੇ ਖੁਸ਼ ਹੋਏ। ਭਾਈ ਮਰਦਾਨਿਆਂ, ਜਿੱਦਾਂ ਤੂੰ ਚਾਹੁੰਦਾ ਸੀ ਉਦਾਂ ਹੀ ਹੋਇਆ। ਸਭ ਕੁਝ ਤੇਰੀ ਮਰਜ਼ੀ ਦਾ ਹੋਇਆ। ਚੱਲ ਹੁਣ ਆ ਸ਼ਬਦ ਗਾਈਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਇੱਥੋਂ ਦੇ ਲੋਕ ਕੀ ਕਰਦੇ ਹੋਣਗੇ? ਪੁੰਨ ਕੀਤੇ ਹੋਣਗੇ ਜਿਹੜਾ ਇੰਨਾ ਸੁੱਖ ਮਿਲਿਆ। ਇੱਥੇ ਸਾਰੇ ਸੁੱਖ ਮੌਜੂਦ ਨੇ, ਜਿਹਦਾ ਜੋ ਜੀ ਕਰਦਾ ਹੈ ਉਹ ਖਰੀਦ ਲੈਂਦਾ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆਂ ਸੁਣ ਲੈ, ਇੱਥੇ ਖੁਸ਼ੀਆਂ ਕਿਉਂ ਨੇ? ਇੱਥੇ ਕੋਈ ਝੂਠ ਨਹੀਂ ਬੋਲਦਾ।
ਇਸ ਦੇਸ਼ ਵਿੱਚ ਕਦੀ ਪਾਪ ਨਹੀਂ ਹੋਇਆ। ਇੱਥੇ ਸਾਰੇ ਸੱਚੇ ਹੈ, ਸਾਰੇ ਸੰਤੋਖੀ ਹੈ, ਕੋਈ ਬੰਦਾ ਕੁਕਰਮ ਨਹੀਂ ਕਰਦਾ। ਇੱਥੇ ਦਾਨ ਪੁੰਨ ਸਾਰੇ ਹੀ ਕਰਦੇ ਨੇ ਤੇ ਬਹੁਤੇ ਜਤੀ ਸਤੀ ਨੇ। ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਕਲਯੁਗ ਦੇ ਅੰਦਰ ਰਾਜਾ ਕਮਲ ਨੈਣ ਵਰਗਾ ਕੋਈ ਵੀ ਰਾਜਾ ਨਹੀਂ ਹੈ। 17 ਰਾਜੇ ਇੱਥੋਂ ਦੇ ਰਾਜੇ ਦੀ ਈਨ ਮੰਨਦੇ ਹੈ। ਉਹ ਮਹਾਨ ਪੁਰਸ਼ ਹੈ, ਬੜਾ ਗੁਣੀ ਹੈ ਤੇ ਬੜਾ ਧਨਵਾਨ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਜੇ ਇੱਥੋਂ ਦਾ ਰਾਜਾ ਇੰਨਾ ਵਧੀਆ ਹੈ, ਇੱਥੋਂ ਦਾ ਨਗਰ ਇੰਨਾ ਵਧੀਆ ਹੈ, ਤਾਂ ਫਿਰ ਅਸੀਂ ਇੱਥੇ ਹੀ ਰਹਿ ਜਾਂਦੇ ਹਾਂ। ਇਹ ਪਰਮਾਤਮਾ ਦੀ ਭਗਤੀ ਕਰਨ ਲਈ ਬੜੀ ਰਮਣੀਕ ਜਗ੍ਹਾ ਹੈ, ਬੜੀ ਸ਼ਾਂਤ ਜਗ੍ਹਾ ਹੈ। ਫਿਰ ਬਣਿਆ ਬਣਾਇਆ ਭੋਜਨ ਹੈ, ਬਿਨਾਂ ਮੁੱਲ ਦਿੱਤੇ ਭੋਜਨ ਮਿਲ ਜਾਂਦਾ ਹੈ। ਇਸ ਵਰਗਾ ਤਾਂ ਕੋਈ ਨਗਰ ਹੀ ਨਹੀਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਇੱਥੇ ਸਦਾ ਲਈ ਰਹਿਣਾ ਤੇ ਇੱਥੋਂ ਦੀ ਚਲੇ ਜਾਣਾ ਇਹ ਸਾਡੇ ਵੱਸ ਵਿੱਚ ਨਹੀਂ ਹੈ। ਜਿਸ ਥਾਂ ਤੇ ਸਾਨੂੰ ਕਰਤਾ ਪੁਰਖ ਲੈ ਜਾਣਗੇ ਅਸੀਂ ਉਸ ਥਾਂ ਤੇ ਚਲੇ ਜਾਵਾਂਗੇ। ਮਰਦਾਨਿਆਂ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਤੁਰੇ ਫਿਰਦੇ, ਅਸੀਂ ਹੁਕਮ ਵਿੱਚ ਤੁਰੇ ਫਿਰਦੇ ਹਾਂ। ਇਹ ਕਹਿ ਕੇ ਗੁਰੂ ਸਾਹਿਬ ਸ਼ਾਂਤ ਚਿੱਤ ਬੈਠ ਗਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਪਰਮੇਸ਼ਵਰ ਨੇ, ਪਰ ਸਾਨੂੰ ਸਿੱਖਿਆ ਦੇਣ ਵਾਸਤੇ ਉਹ ਵਚਨ ਕਰਦੇ ਨੇ। ਜਿਹੜਾ ਮਹਾਰਾਜ ਦੇ ਦਰਸ਼ਨ ਕਰਦਾ ਹੈ ਉਹਦੇ ਸਾਰੇ ਪਾਪ ਸੜ ਜਾਂਦੇ ਨੇ। 7 ਦਿਨ ਮਹਾਰਾਜ ਸ਼ਾਂਤ ਚਿੱਤ ਬੈਠੇ ਰਹੇ। ਸਵੇਰੇ ਸ਼ਾਮ ਭਾਈ ਮਰਦਾਨਾ ਜੀ ਨਗਰ ਵਿੱਚ ਜਾਂਦੇ, ਜਿੱਥੋਂ ਜੀ ਕਰਦਾ ਉੱਥੋਂ ਭੋਜਨ ਛਕ ਲੈਂਦੇ। ਉਹ ਜਿਸ ਦੁਕਾਨ ਦੇ ਅੱਗੇ ਜਾਂਦੇ, ਕਹਿੰਦੇ ਭੁੱਖ ਲੱਗੀ ਹੈ, ਤਾਂ ਉਹ ਉਹਨਾਂ ਨੂੰ ਭੋਜਨ ਪਾ ਕੇ ਦਿੰਦੇ। ਪੂੜੀਆਂ ਕੜਾ ਭਾਈ ਮਰਦਾਨਾ ਜੀ ਨੇ ਰੋਜ਼ ਛਕਣਾ ਤੇ ਨਾਲ ਹੀ ਖੁਸ਼ੀ ਮਨਾਉਣਾ ਕਿ ਗੁਰੂ ਸਾਹਿਬ ਬੜੀ ਸੋਹਣੀ ਥਾਂ ਤੇ ਲੈ ਕੇ ਆਏ ਨੇ। ਗੁਰੂ ਸਾਹਿਬ ਨੂੰ ਬੈਠੇ 7 ਦਿਨ ਹੋ ਗਏ। ਇੱਕ ਦਿਨ ਭਾਈ ਮਰਦਾਨਾ ਜੀ ਨੂੰ ਧਰਮ ਸਿੰਘ ਮਿਲਿਆ। ਭਾਈ ਧਰਮ ਸਿੰਘ ਭਾਈ ਮਰਦਾਨਾ ਜੀ ਨੂੰ ਕਹਿਣ ਲੱਗਿਆ, ਜਿਹੜੇ ਤੇਰੇ ਸੰਗੀ ਸਨ ਉਹ ਕਦੀ ਨਗਰ ਵਿੱਚ ਨਜ਼ਰ ਨਹੀਂ ਆਏ, ਉਹ ਕਿੱਥੇ ਨੇ ਤੇ ਉਹ ਭੋਜਨ ਕਿੱਥੋਂ ਛਕਦੇ ਨੇ? ਭਾਈ ਮਰਦਾਨਾ ਜੀ ਕਹਿਣ ਲੱਗੇ, ਉਹ ਸੰਤੋਖੀ ਨੇ, ਜੇ ਕੋਈ ਉਹਨਾਂ ਕੋਲ ਭੋਜਨ ਛਕਾਉਣ ਵਾਸਤੇ ਲੈ ਆਏ ਤਾਂ ਉਹ ਛਕ ਲੈਂਦੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਮੇਰੇ ਸਾਥੀ ਬਾਗ ਵਿੱਚ ਬੈਠੇ ਨੇ। ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਭਾਈ ਧਰਮ ਸਿੰਘ ਜੀ ਦੇ ਮਨ ਵਿੱਚ ਫੁਰਨਾ ਆਇਆ ਕਿ ਇਹੋ ਜਿਹੇ ਕਿਹੜੇ ਸੰਤ ਨੇ ਜਿਨ੍ਹਾਂ ਨੇ 7 ਦਿਨ ਭੋਜਨ ਨਹੀਂ ਛਕਿਆ। ਤੇ ਭਾਈ ਮਰਦਾਨਾ ਜੀ ਕਹਿੰਦੇ, ਉਹ ਭੋਜਨ ਛਕਦੇ ਹੀ ਨਹੀਂ। ਇਹੋ ਜਿਹੇ ਸੰਤਾਂ ਦੇ ਤਾਂ ਦਰਸ਼ਨ ਕਰਨੇ ਚਾਹੀਦੇ ਹੈ। 5 ਸੇਰ ਭੋਜਨ ਭਾਈ ਧਰਮ ਸਿੰਘ ਜੀ ਨੇ ਆਪਣੇ ਨਾਲ ਲਿਆ। ਭਾਈ ਮਰਦਾਨਾ ਜੀ ਤੇ ਭਾਈ ਧਰਮ ਸਿੰਘ ਜੀ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ। ਭਾਈ ਧਰਮ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਿਆ। ਭਾਈ ਧਰਮ ਸਿੰਘ ਜੀ ਕਹਿਣ ਲੱਗੇ, ਤੁਹਾਡੇ ਵਾਸਤੇ ਭੋਜਨ ਲੈ ਕੇ ਆਇਆ, ਮੇਰੇ ਵੱਲੋਂ ਭੇਟਾ ਸਮਝ ਕੇ ਛਕ ਲਓ। ਮੈਂ ਆਪ ਦੀ ਮਹਿਮਾ ਸੁਣ ਕੇ ਆਪ ਦੇ ਦਰਸ਼ਨ ਕਰਨ ਵਾਸਤੇ ਆਇਆ। ਗੁਰੂ ਸਾਹਿਬ ਭਾਈ ਧਰਮ ਸਿੰਘ ਜੀ ਨੂੰ ਕਹਿਣ ਲੱਗੇ, ਇਹ ਭੋਜਨ ਕਿਹਨੇ ਭੇਜਿਆ? ਤੁਸੀਂ ਕੌਣ ਹੋ? ਤੁਸੀਂ ਇੱਥੇ ਕੀ ਕਰਨ ਆਏ ਹੋ? ਭਾਈ ਧਰਮ ਸਿੰਘ ਜੀ ਕਹਿਣ ਲੱਗੇ, ਮਹਾਰਾਜ, ਮੈਨੂੰ ਇੰਜ ਲੱਗਦਾ ਹੈ ਜਿਵੇਂ ਤੁਸੀਂ ਮੇਰੀ ਮੁਕਤੀ ਕਰਾਣੀ ਹੈ। ਮਹਾਰਾਜ, ਤੁਹਾਨੂੰ 7 ਦਿਨ ਹੋ ਗਏ ਇੱਥੇ ਬੈਠੇ, ਤੁਸੀਂ ਸਾਡਾ ਨਗਰ ਦੇਖਣ ਨਹੀਂ ਆਏ। ਸਾਡੇ ਨਗਰ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ। 7 ਦਿਨ ਹੋ ਗਏ ਤੁਸੀਂ ਇੱਕ ਥਾਂ ਤੇ ਬੈਠੇ ਹੋ, ਤੁਸੀਂ ਭੋਜਨ ਵੀ ਨਹੀਂ ਛਕਿਆ, ਤੁਸੀਂ ਇਕੱਲੇ ਇਸ ਉਜਾੜ ਵਿੱਚ ਬੈਠੇ ਹੋਏ ਹੋ। ਮਹਾਰਾਜ, ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਲਿਆਇਆ, ਮੇਰੀ ਬੇਨਤੀ ਪ੍ਰਵਾਨ ਕਰੋ, ਪ੍ਰਸ਼ਾਦਾ ਛਕ ਲਓ। ਧਰਮ ਸਿੰਘ ਕਹਿਣ ਲੱਗਿਆ, ਮਹਾਰਾਜ, ਸਾਡਾ ਰਾਜਾ ਕਵਨ ਲੈਣ ਹੈ, ਉਹ ਬੜਾ ਧਰਮੀ ਹੈ। ਸਾਡਾ ਰਾਜਾ ਕਿਸੇ ਤੇ ਜ਼ੋਰ ਨਹੀਂ ਦਿਖਾਉਂਦਾ, ਉਹ ਸਾਰਿਆਂ ਨੂੰ ਆਪਣੇ ਵਰਗਾ ਹੀ ਸਮਝਦਾ ਹੈ। ਸਾਡਾ ਰਾਜਾ ਬੜਾ ਕਿਰਪਾਲੂ ਹੈ ਤੇ ਸਹਿਣਸ਼ੀਲਤਾ ਵਾਲਾ ਹੈ, ਉਹ ਕਿਸੇ ਦਾ ਦੁੱਖ ਨਹੀਂ ਦੇਖ ਸਕਦਾ। 17 ਰਾਜੇ ਆਪੇ ਹੀ ਉਹਦੀ ਈਨ ਮੰਨ ਕੇ ਬੈਠੇ ਨੇ। ਸਾਡਾ ਰਾਜਾ ਕਿਸੇ ਨੂੰ ਵੀ ਅਧੀਨ ਹੋਣ ਵਾਸਤੇ ਨਹੀਂ ਕਹਿੰਦਾ, ਉਹ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਦਾ। ਸਾਡਾ ਰਾਜਾ ਧਰਮੀ ਹੈ ਤੇ ਸਾਡਾ ਨਗਰ ਪਵਿੱਤਰ ਹੈ। ਕਿਰਪਾ ਕਰਕੇ ਇਹ ਭੋਜਨ ਛਕ ਲਓ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧਰਮ ਸਿੰਘ ਨੂੰ ਕਹਿਣ ਲੱਗੇ, ਜੋ ਤੂੰ ਬੋਲਿਆ ਉਹ ਪੂਰਾ ਸੱਚ ਨਹੀਂ ਹੈ। ਗੁਰੂ ਸਾਹਿਬ ਕਹਿਣ ਲੱਗੇ, ਅਸੀਂ ਇਹ ਭੋਜਨ ਨਹੀਂ ਛਕ ਸਕਦੇ। ਜਿਸ ਰਾਜੇ ਦੀ ਤੂੰ ਸਿਫਤਾਂ ਕਰ ਰਿਹਾ ਹੈ ਉਹਦੇ ਵਿੱਚ ਇੱਕ ਦੋਸ਼ ਹੈ। ਰਾਜੇ ਦੇ ਇੱਕ ਦੋਸ਼ ਕਰਕੇ ਅਸੀਂ ਭੋਜਨ ਨਹੀਂ ਛਕ ਸਕਦੇ। ਧਰਮ ਸਿੰਘ ਗੁਰੂ ਸਾਹਿਬ ਨੂੰ ਕਹਿਣ ਲੱਗੇ, ਸਾਡੇ ਰਾਜੇ ਵਿੱਚ ਕੋਈ ਦੋਸ਼ ਨਹੀਂ, ਉਹ ਨਿਰਦੋਸ਼ ਹੈ। ਧਰਮ ਸਿੰਘ ਕਹਿਣ ਲੱਗਿਆ, ਤੁਸੀਂ ਕਿਹੜਾ ਦੋਸ਼ ਦੇਖ ਲਿਆ ਰਾਜੇ ਵਿੱਚ? ਗੁਰੂ ਸਾਹਿਬ ਕਹਿਣ ਲੱਗੇ, ਜਿਸ ਵਿੱਚ ਦੋਸ਼ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਮੇਰੇ ਵਿੱਚ ਕੀ ਦੋਸ਼ ਹੈ।
ਰਾਜਾ ਆਪ ਹੀ ਜਾਣਦਾ ਹੈ ਉਹਦੇ ਵਿੱਚ ਕੀ ਦੋਸ਼ ਹੈ। ਇਹ ਕਹਿ ਕੇ ਗੁਰੂ ਸਾਹਿਬ ਚੁੱਪ ਹੋ ਗਏ। ਉਹਨਾਂ ਨੇ ਕੋਈ ਬਚਨ ਨਹੀਂ ਕੀਤਾ। ਧਰਮ ਸਿੰਘ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਭਾਈ ਧਰਮ ਸਿੰਘ ਰਾਜੇ ਕੋਲ ਚਲੇ ਗਏ। ਧਰਮ ਸਿੰਘ ਰਾਜੇ ਕੋਲ ਜਾ ਕੇ ਕਹਿਣ ਲੱਗੇ, ਨਗਰ ਵਿੱਚ 3 ਫਕੀਰ ਆਏ ਨੇ, ਉਹਨਾਂ ਵਿੱਚੋਂ ਇੱਕ ਤਾਂ ਭੋਜਨ ਸਕਦਾ ਹੈ। ਉਹਨਾਂ ਦੇ ਜਿਹੜੇ 2 ਸਾਥੀ ਹੈ 7 ਦਿਨ ਹੋ ਗਏ ਉਹਨਾਂ ਨੇ ਕੁਝ ਨਹੀਂ ਛਕਿਆ। ਉਹਨਾਂ ਨੇ ਨਾ ਤਾਂ ਜਲ ਛਕਿਆ ਨਾ ਹੀ ਅੰਨ ਛਕਿਆ। ਮੈਂ ਜਦੋਂ ਭੋਜਨ ਉਹਨਾਂ ਵਾਸਤੇ ਲੈ ਕੇ ਗਿਆ, ਉਹਨਾਂ ਨੇ ਕਿਹਾ ਅਸੀਂ ਇਹ ਭੋਜਨ ਨਹੀਂ ਛਕਣਾ ਕਿਉਂਕਿ ਤੁਹਾਡੇ ਰਾਜੇ ਵਿੱਚ ਦੋਸ਼ ਹੈ। ਜਦੋਂ ਮੈਂ ਪੁੱਛਿਆ ਕਿ ਰਾਜੇ ਵਿੱਚ ਕਿਹੜਾ ਦੋਸ਼ ਹੈ ਤਾਂ ਉਹਨਾਂ ਨੇ ਦੱਸਿਆ ਨਹੀਂ। ਉਹ ਕਹਿਣ ਲੱਗੇ ਰਾਜੇ ਨੂੰ ਸਭ ਕੁਝ ਪਤਾ ਹੈ। ਰਾਜਾ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ। ਕਮਲ ਨੈਣ ਨੇ ਜਦੋਂ ਇਹ ਗੱਲਾਂ ਸੁਣੀਆਂ ਉਹ ਬੜਾ ਹੈਰਾਨ ਹੋਇਆ। ਉਹ ਸੋਚਣ ਲੱਗਿਆ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ, ਪਰ ਉਹ ਮੇਰੇ ਬਾਰੇ ਸਾਰਾ ਕੁਝ ਜਾਣਦੇ ਨੇ। ਰਾਜੇ ਨੇ ਧਰਮ ਸਿੰਘ ਨੂੰ ਕਿਹਾ ਮੈਂ ਤੇਰੇ ਨਾਲ ਚੱਲਦਾ ਤੇ ਦੇਖਦਾ ਕਿਹੜੇ ਸੰਤ ਬਾਹਰ ਬੈਠੇ ਨੇ ਜਿਹੜੇ ਮੇਰੇ ਬਾਰੇ ਸਾਰਾ ਕੁਝ ਹੀ ਜਾਣਦੇ ਨੇ। ਰਾਜਾ ਧਰਮ ਸਿੰਘ ਨੂੰ ਕਹਿਣ ਲੱਗਿਆ ਮੈਨੂੰ ਆਪਣੇ ਨਾਲ ਲੈ ਕੇ ਚੱਲ, ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ। ਰਾਜਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ। ਚੰਗੀਆਂ ਚੰਗੀਆਂ ਵਸਤੂਆਂ ਰਾਜੇ ਨੇ ਆਪਣੇ ਨਾਲ ਲੈ ਲਈਆਂ ਤੇ ਸੈਨਿਕ ਤੇ ਯੋਧੇ ਉਹ ਵੀ ਆਪਣੇ ਨਾਲ ਲੈ ਲਏ। ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਦੇ ਕੋਲ ਬੈਠ ਗਿਆ। ਕਮਲ ਨੈਣ ਨੇ ਗੁਰੂ ਸਾਹਿਬ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਸੀ। ਰਾਜਾ ਕਮਲ ਨੈਣ ਕਹਿਣ ਲੱਗਿਆ ਮਹਾਰਾਜ ਮੇਰੇ ਵਿੱਚ ਕਿਹੜਾ ਦੋਸ਼ ਹੈ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੈਨੂੰ ਪਤਾ ਹੈ ਤੇਰੇ ਵਿੱਚ ਕਿਹੜਾ ਦੋਸ਼ ਹੈ? ਰਾਜਾ ਕਹਿਣ ਲੱਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ, ਤੁਸੀਂ ਮੈਨੂੰ ਦੱਸ ਦਿਓ। ਗੁਰੂ ਸਾਹਿਬ ਕਹਿਣ ਲੱਗੇ ਇੱਕ ਪਾਸੇ ਤਾਂ ਤੂੰ ਸੋਚਦਾ ਹੈ ਕਿ ਸਾਰੇ ਮਨੁੱਖ ਤੇਰੇ ਵਰਗੇ ਨੇ ਤੇ ਦੂਜੇ ਪਾਸੇ ਤੂੰ ਆਪਣੀ ਆਨ ਮਨਾਉਣਾ ਹੈ। ਤੂੰ ਆਪਣੀ ਗੱਲ ਸਭ ਤੋਂ ਮਨਵਾਨਾ ਹੈ। 17 ਰਾਜੇ ਇਹਦੇ ਅਧੀਨ ਸਨ। ਗੁਰੂ ਸਾਹਿਬ ਕਹਿਣ ਲੱਗੇ ਤੂੰ ਆਪਣੀ ਆਨ ਮਨਵਾਈ ਹੈ ਨਾ ਇਹਨਾਂ ਕੋਲੋਂ, ਨਾਲੇ ਤੂੰ ਕਹਿੰਦਾ ਸਾਰੇ ਮੇਰੇ ਵਰਗੇ ਨੇ ਤੇ ਨਾਲੇ ਤੂੰ ਸਾਰਿਆਂ ਕੋਲੋਂ ਆਪਣੀ ਗੱਲ ਮਨਵਾਨਾ ਹੈ। ਗੁਰੂ ਸਾਹਿਬ ਕਹਿਣ ਲੱਗੇ ਤੂੰ ਧਰਮੀ ਹੈ ਪਰ ਤੇਰੇ ਮਨ ਦਾ ਮਾਨ ਨਹੀਂ ਮਿਟਿਆ ਅਜੇ। ਕਮਲ ਨੈਣ ਤੂੰ ਧਰਮੀ ਹੈ ਪਰ ਮਨ ਦਾ ਮਾਣ ਛੱਡਣਾ ਬੜਾ ਔਖਾ ਹੈ। ਕਮਲ ਨੈਣ ਖਾਲੀ ਤੂੰ ਹੀ ਨਹੀਂ ਸਾਰਾ ਸੰਸਾਰ ਮਾਨ ਵਿੱਚ ਤੁਰਿਆ ਫਿਰਦਾ ਹੈ। ਗੁਰੂ ਸਾਹਿਬ ਕਹਿਣ ਲੱਗੇ ਜਿਸ ਨੇ ਮਾਨ ਨੂੰ ਜਿੱਤ ਲਿਆ, ਹੰਕਾਰ ਨੂੰ ਜਿੱਤ ਲਿਆ, ਉਹ ਕੋਈ ਵਿਰਲਾ ਹੀ ਸੂਰਮਾ ਹੈ। ਪਹਿਲਾਂ ਮਾਨ ਤੋਂ ਜਿੱਤ ਕੇ ਫਿਰ ਮੋਹ ਤੋਂ ਜਿੱਤਿਆ ਜਾਂਦਾ ਹੈ। ਪਹਿਲਾਂ ਹਉਮੈ ਛੁੱਟੇ ਫਿਰ ਮੋਹ ਛੁੱਟੇ ਫਿਰ ਲਗਾਵ ਛੁੱਟਦਾ ਹੈ। ਰਾਜਾ ਕਹਿਣ ਲੱਗਿਆ ਮੈਂ ਕਿਸੇ ਨੂੰ ਨਹੀਂ ਕਿਹਾ ਕਿ ਮੇਰੀ ਈਨ ਮੰਨੋ, ਉਹ ਤਾਂ ਆਪ ਹੀ ਮੇਰੀ ਈਨ ਮੰਨਦੇ ਨੇ। ਪਰ ਮਹਾਰਾਜ ਜੇ ਤੁਸੀਂ ਮੰਨਦੇ ਹੋ ਮੇਰੇ ਵਿੱਚ ਹੰਕਾਰ ਹੈ ਤਾਂ ਮੇਰੇ ਵਿੱਚੋਂ ਹੰਕਾਰ ਦੂਰ ਕਰ ਦਿਓ। ਗੁਰੂ ਸਾਹਿਬ ਕਹਿਣ ਲੱਗੇ ਜੇ ਤੇਰੇ ਵਿੱਚ ਮਾਨ ਨਹੀਂ ਤਾਂ ਤੂੰ ਰਾਜੇ ਸੁਦਰਸੈਨ ਦੀ ਈਨ ਮੰਨ ਲੈ, ਫਿਰ ਅਸੀਂ ਮੰਨਾਂਗੇ ਤੇਰੇ ਵਿੱਚ ਮਾਨ ਨਹੀਂ ਹੈ, ਤੇਰੇ ਵਿੱਚ ਇੱਕ ਵੀ ਦੋਸ਼ ਨਹੀਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੂੰ ਸਾਡੀ ਇਹ ਗੱਲ ਮੰਨ ਲਈ ਤਾਂ ਤੈਨੂੰ ਬਚਨ ਕਰਦੇ ਹਾਂ ਤੈਨੂੰ ਜਿੰਦੇ ਜੀ ਮੁਕਤ ਕਰ ਦਿਆਂਗੇ। 17 ਰਾਜਿਆਂ ਦਾ ਤੂੰ ਰਾਜਾ ਹੈ, ਇਹ ਵੀ ਹੰਕਾਰ ਛੱਡ ਦੇ। ਰਾਜਾ ਕਮਲ ਨੈਣ ਖੁਸ਼ ਹੋ ਗਿਆ। ਉਹ ਕਹਿਣ ਲੱਗਿਆ ਮਹਾਰਾਜ ਇੰਨੀ ਗੱਲ ਹੈ? ਰਾਜਾ ਸੁਦਰਸੈਨ ਤੇ ਕਿਤੇ ਜੇ ਤੁਸੀਂ ਮੈਨੂੰ ਹੁਕਮ ਕਰੋ ਤਾਂ ਮੈਂ ਉਹਦੇ ਕੁੱਤਿਆਂ ਦੀ ਵੀ ਈਨ ਮੰਨ ਲਵਾਂ। ਇਹ ਸੁਣ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਗਏ।